ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA TV ਤੇ ਮੈਂ ਸੁਰਬੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ ਬਹੁਤ ਸਵਾਗਤ। ਪੇਸ਼ ਆਂ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਨਵੇਂ DHS ਨਿਯਮ ਵਿੱਚ ਉਮਰ ਦੀ ਪਰਵਾਹ ਕੀਤੇ ਬਿਨਾਂ ਹਰੇਕ ਇਮੀਗ੍ਰੇਸ਼ਨ ਬਿਨੇਕਾਰ ਤੋਂ DNA ਦੀ ਲੋੜ ਹੋ ਸਕਦੀ ਹੈ। ਸ਼ਿਕਾਗੋ ਅਤੇ ਲਾਸ ਐਂਜਲਸ ਵਿੱਚ ਹੈਲੋਵੀਨ ਦੌਰਾਨ ਟਰੰਪ ਦੇ ਇਮੀਗ੍ਰੇਸ਼ਨ ਛਾਪੇ ਰਹੇ ਜਾਰੀ। ਅਮਰੀਕਾ 'ਚ 52 ਟਰਾਂਸਪੋਰਟ ਕੰਪਨੀਆਂ ਬੰਦ, ਸੈਂਕੜੇ ਡਰਾਈਵਰ ਹੋਏ ਵਿਹਲੇ। 2 ਨਵੰਬਰ ਨੂੰ ਅਮਰੀਕਾ ਸਮੇਂ 'ਚ ਹੋਈ ਤਬਦੀਲੀ। ਅਮਰੀਕਾ ਸ਼ਟਡਾਊਨ ਦਾ ਅਸਰ ਜਾਰੀ, ਹਵਾਈ ਆਵਾਜਾਈ ਹੋਈ ਪ੍ਰਭਾਵਿਤ। ਅਮਰੀਕਾ ਚੀਨ ਸਬੰਧ ਕਦੇ ਨਹੀਂ ਸੁਧਰਨਗੇ, ਅਮਰੀਕੀ ਯੁੱਧ ਸਕੱਤਰ ਪੀਟ ਹੈਗਸੇਥ ਨੇ ਕਿਹਾ। ਅਮਰੀਕਾ ਵਿੱਚ 2 ਹਵਾਈ ਜਹਾਜ਼ਾਂ ਦੀ ਹੋਈ ਟੱਕਰ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਯਾਨੀ DHS ਨੇ ਇੱਕ ਨਵਾਂ ਨਿਯਮ ਪ੍ਰਸਤਾਵਿਤ ਕੀਤਾ ਹੈ, ਜਿਸ ਵਿੱਚ ਇਮੀਗ੍ਰੇਸ਼ਨ ਲਾਭਾਂ ਲਈ ਸਾਰੇ ਬਿਨੇਕਾਰਾਂ ਨੂੰ ਉਮਰ ਜਾਂ ਅਰਜ਼ੀ ਦੀ ਕਿਸਮ ਦੀ ਪਰਵਾਹ ਕੀਤੇ ਬਿਨਾਂ DNA ਸਮੇਤ ਬਾਇਓਮੈਟ੍ਰਿਕ ਡੇਟਾ ਜਮ੍ਹਾਂ ਕਰਵਾਉਣ ਦੀ ਲੋੜ ਹੋਵੇਗੀ। ਜੀ ਹਾਂ, ਜਾਰੀ ਕੀਤੇ ਗਏ ਇਸ ਪ੍ਰਸਤਾਵ ਦਾ ਉਦੇਸ਼ ਮੌਜੂਦਾ ਡੇਟਾ ਇਕੱਠਾ ਕਰਨ ਦੇ ਉਪਾਵਾਂ ਦਾ ਵਿਸਥਾਰ ਕਰਨਾ ਹੈ, ਜੋ ਵਰਤਮਾਨ ਵਿੱਚ ਸਿਰਫ ਕੁਝ ਸ਼੍ਰੇਣੀਆਂ ਜਿਵੇਂ ਕਿ ਨੈਚੁਰਲਾਈਜੇਸ਼ਨ, ਸ਼ਰਨ, ਵਰਕ ਪਰਮਿਟ ਅਤੇ ਸਥਾਈ ਨਿਵਾਸ ਤੇ ਲਾਗੂ ਹੁੰਦੇ ਹਨ। ਪ੍ਰਸਤਾਵਿਤ ਨਿਯਮ ਦੇ ਤਹਿਤ DHS ਕੋਲ ਪਛਾਣਾਂ ਦੀ ਪੁਸ਼ਟੀ ਕਰਨ ਅਤੇ ਪਿਛੋਕੜ ਦੀ ਜਾਂਚ ਕਰਨ ਲਈ ਬਾਇਓਮੈਟ੍ਰਿਕ ਜਾਣਕਾਰੀ ਦੇ ਵੱਖ-ਵੱਖ ਰੂਪਾਂ ਨੂੰ ਇਕੱਠਾ ਕਰਨ ਦਾ ਅਧਿਕਾਰ ਹੋਵੇਗਾ। ਚਿਹਰੇ ਅਤੇ ਅੱਖਾਂ ਦੀ ਤਸਵੀਰ, ਫਿੰਗਰਪ੍ਰਿੰਟਸ, ਵੌਇਸ ਪ੍ਰਿੰਟ ਅਤੇ ਹੱਥ ਲਿਖਿਤ ਦਸਤਖਤ ਸਮੇਤ ਇਹ ਸਾਰੇ ਜਿਹੜੇ ਡੇਟਾ ਇਕੱਠੇ ਕੀਤੇ ਜਾਣਗੇ। ਇਹ ਨਿਯਮ ਜੈਨੇਟਿਕ ਸੰਬੰਧਾਂ ਦੇ ਦਾਅਵਿਆਂ ਦੀ ਪੁਸ਼ਟੀ ਕਰਨ ਜਾਂ ਕੁਝ ਇਮੀਗ੍ਰੇਸ਼ਨ ਲਾਭ ਬੇਨਤੀਆਂ ਲਈ ਢੁਕਵੇਂ ਹੋਣ ਤੇ ਜੈਵਿਕ ਲਿੰਗ ਦੇ ਸਬੂਤ ਪ੍ਰਦਾਨ ਕਰਨ ਲਈ DNA ਦੇ ਸੰਗ੍ਰਹਿ ਦੀ ਵੀ ਆਗਿਆ ਦੇਵੇਗਾ। DHS ਨੇ ਕਿਹਾ ਹੈ ਕਿ ਬਾਇਓਮੈਟ੍ਰਿਕਸ ਦੀ ਵਿਸਤ੍ਰਿਤ ਵਰਤੋਂ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਕਰੇਗੀ। ਪਛਾਣ, ਤਸਦੀਕ ਅਤੇ ਪ੍ਰਬੰਧਨ ਦੇ ਲਈ ਬਾਇਓਮੈਟ੍ਰਿਕਸ ਦੀ ਵਰਤੋਂ ਤਸਕਰੀ ਦਾ ਮੁਕਾਬਲਾ ਕਰਨ, ਜੀਵਨੀ ਸੰਬੰਧੀ ਅਪਰਾਧਿਕ ਇਤਿਹਾਸ ਜਾਂਚਾਂ ਦੇ ਨਤੀਜਿਆਂ ਦੀ ਪੁਸ਼ਟੀ ਕਰਨ ਅਤੇ ਧੋਖਾਧੜੀ ਨੂੰ ਰੋਕਣ ਲਈ DHS ਦੇ ਯਤਨਾਂ ਵਿੱਚ ਸਹਾਇਤਾ ਕਰੇਗੀ। ਏਜੰਸੀ ਨੇ ਪ੍ਰਸਤਾਵ ਦੇ ਵਿੱਚ ਇਹ ਸਭ ਕੁਝ ਕਿਹਾ ਹੈ। ਇਹ ਨਿਯਮ ਹਟਾਉਣ ਦੀ ਕਾਰਵਾਈ ਵਿੱਚ ਸ਼ਾਮਲ ਵਿਅਕਤੀਆਂ ਲਈ ਬਾਇਓਮੈਟ੍ਰਿਕ ਜ਼ਰੂਰਤਾਂ ਨੂੰ ਵੀ ਵਧਾਏਗਾ। ਇਮੀਗ੍ਰੇਸ਼ਨ ਮਾਮਲਿਆਂ ਵਿੱਚ ਅਜਿਹੇ ਡੇਟਾ ਨੂੰ ਇਕੱਠਾ ਕਰਨ ਅਤੇ ਵਰਤਣ ਲਈ ਵਿਭਾਗ ਦੇ ਅਧਿਕਾਰ ਦਾ ਵਿਸਤਾਰ ਕਰੇਗਾ। ਇਹ ਪ੍ਰਸਤਾਵ ਟਰੰਪ ਪ੍ਰਸ਼ਾਸਨ ਦੁਆਰਾ ਇਮੀਗ੍ਰੇਸ਼ਨ ਅਰਜ਼ੀਆਂ ਦੀ ਜਾਂਚ ਵਧਾਉਣ ਅਤੇ ਵਿਦੇਸ਼ੀ ਨਾਗਰਿਕਾਂ ਦੇ ਡੇਟਾ ਟਰੈਕਿੰਗ ਨੂੰ ਵਧਾਉਣ ਦੇ ਵਿਆਪਕ ਯਤਨਾਂ ਦਾ ਹਿੱਸਾ ਹੈ, ਜਿਸ ਵਿੱਚ ਇੱਕ ਪ੍ਰਵਾਸੀ ਰਜਿਸਟਰੀ ਨਿਯਮ ਵੀ ਸ਼ਾਮਲ ਹੈ। 3 ਨਵੰਬਰ ਨੂੰ ਫੈਡਰਲ ਰਜਿਸਟਰ ਵਿੱਚ ਨਿਯਮ ਪ੍ਰਕਾਸ਼ਿਤ ਹੋਣ ਤੋਂ ਬਾਅਦ 60 ਦਿਨਾਂ ਦੀ ਜਨਤਕ ਟਿੱਪਣੀ ਦੀ ਮਿਆਦ ਸ਼ੁਰੂ ਹੋਵੇਗੀ, ਜਿਸ ਨਾਲ ਜਨਤਾ ਅਤੇ ਹਿੱਸੇਦਾਰਾਂ ਨੂੰ ਕੋਈ ਵੀ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਫੀਡਬੈਕ ਜਮ੍ਹਾਂ ਕਰਵਾਉਣ ਦੀ ਆਗਿਆ ਮਿਲੇਗੀ। ਕਈ ਰਿਪੋਰਟਾਂ ਦੇ ਅਨੁਸਾਰ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਕਾਰਵਾਈ ਹੈਲੋਵੀਨ ਰਾਤ ਨੂੰ ਵੀ ਜਾਰੀ ਰਹੀ, ਕਿਉਂਕਿ ਛੁੱਟੀ ਵਾਲੇ ਦਿਨ ਸ਼ਿਕਾਗੋ ਅਤੇ ਲਾਸ ਐਂਜਲਸ ਵਿੱਚ ਸੰਘੀ ਏਜੰਟ ਦੇਖੇ ਗਏ ਹਨ। ਸ਼ਿਕਾਗੋ ਵਿੱਚ, ਜਿੱਥੇ ਰਾਸ਼ਟਰਪਤੀ ਨੇ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਯਾਨੀ ਕਿ ICE ਦੀ ਸਹਾਇਤਾ ਲਈ ਫੌਜੀ ਦਸਤਿਆਂ ਨੂੰ ਭੇਜਿਆ ਹੈ, ਕਿਉਂਕਿ ਏਜੰਟ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਦੇ ਹਨ ਅਤੇ ਉਹਨਾਂ ਦਾ ਪਿੱਛਾ ਕਰਦੇ ਹਨ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ICE ਏਜੰਟ ਆਪਣੇ ਕਾਰਜਾਂ ਦੇ ਹਿੱਸੇ ਵਜੋਂ ਸ਼ਹਿਰ ਅਤੇ ਇਸ ਦੇ ਉਪਨਗਰਾਂ ਵਿੱਚ ਉਤਰੇ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਝੜਪਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਉਧਰ ਹੀ ਇਲੀਨੋਇਸ ਦੇ ਇੱਕ ਉਪਨਗਰ ਇਵਾਂਸਟਨ ਵਿੱਚ ਇੱਕ ਹਫੜਾ ਦਫੜੀ ਵਾਲਾ ਦ੍ਰਿਸ਼ ਕਈ ਦਰਸ਼ਕਾਂ ਦੁਆਰਾ ਆਪਣੀ ਵੀਡੀਓ ਦੇ ਵਿੱਚ ਕੈਦ ਕੀਤਾ ਗਿਆ ਸੀ, ਜਦੋਂ ਇੱਕ ਕਾਰ ਨੇ ਇੱਕ ICE ਵਾਹਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਨਿਊਯਾਰਕ ਟਾਈਮਸ ਦੁਆਰਾ ਜਾਰੀ ਕੀਤੀ ਗਈ ਫੁਟੇਜ ਵਿੱਚ ਅਧਿਕਾਰੀ 2 ਲੋਕਾਂ ਨੂੰ ਝਗੜਾ ਕਰਦੇ ਅਤੇ ਜ਼ਮੀਨ ਤੇ ਸੁੱਟਦੇ ਹੋਏ ਅਤੇ ਦੂਜਿਆਂ ਨੂੰ ਇੱਥੋਂ ਭੱਜਣ ਦੀ ਮੰਗ ਕਰਦੇ ਹੋਏ ਵੇਖੇ ਜਾ ਸਕਦੇ ਨੇ। ਇਸ ਤੋਂ ਇਲਾਵਾ ਮਿਡਲ ਸਕੂਲ ਦੇ ਬਾਹਰ ਇੱਕ ਨਿਊਜ਼ ਕਾਨਫਰੰਸ ਵਿੱਚ ਇਵਾਂਸਟਨ ਦੇ ਮੇਅਰ ਨੇ ICE ਦੀ ਆਲੋਚਨਾ ਕੀਤੀ, ਜਿਸ ਨੂੰ ਉਸਨੇ ਹਮਲਾ ਵੀ ਕਿਹਾ। ICE ਏਜੰਟਾਂ ਨੇ ਇਵਾਂਸਟਨ ਨਿਵਾਸੀਆਂ ਤੇ ਹਮਲਾ ਕੀਤਾ ਹੈ, ਲੋਕਾਂ ਨੂੰ ਕੁੱਟਿਆ, ਉਹਨਾਂ ਨੂੰ ਫੜ ਲਿਆ, ਅਗਵਾ ਕੀਤਾ, ਲੋਕਾਂ ਨੂੰ ਸੜਕ ਤੋਂ ਚੁੱਕ ਲਿਆ। ਉਹਨਾਂ ਨੇ ਇਸ ਮੇਅਰ ਨੇ ਇਹ ਸਭ ਕੁਝ ਕਿਹਾ। ਉਹਨਾਂ ਨੇ ਕਿਹਾ ਇਹ ਬਹੁਤ ਹੀ ਬੁਰਾ ਹੈ ਅਤੇ ਬਹੁਤ ਹੀ ਵੱਡਾ ਗੁੱਸਾ ਉਹਨਾਂ ਦੇ ਅੰਦਰ ਇਸ ਲਈ ਭਰਿਆ ਹੈ।
ਇਸ ਦੌਰਾਨ ਲਾਸ ਐਂਜਲਸ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਆਈਸ ਏਜੰਟ ਹੈਲੋਵੀਨ ਸ਼ੈਲੀ ਦੇ ਪਹਿਰਾਵੇ ਵਾਲੇ ਫੇਸ ਮਾਸਕ ਪਹਿਨ ਕੇ ਉਹਨਾਂ ਖੇਤਰਾਂ ਵਿੱਚ ਘੁੰਮ ਰਹੇ ਸਨ ਜਿੱਥੇ ਉਹ ਲਾਗੂ ਕਰਨ ਦੀਆਂ ਗਤੀਵਿਧੀਆਂ ਕਰ ਰਹੇ ਸਨ। ਟਰੰਪ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਵਿਰੁੱਧ ਕੀਤੀ ਜਾ ਰਹੀ ਸਖਤੀ ਨੂੰ ਵੇਖਦਿਆਂ 52 ਟਰਾਂਸਪੋਰਟ ਕੰਪਨੀਆਂ ਨੇ ਆਪਣਾ ਕਾਰੋਬਾਰ ਸਮੇਟਣ ਦਾ ਐਲਾਨ ਕਰ ਦਿੱਤਾ ਹੈ ਅਤੇ ਸੈਂਕੜੇ ਡਰਾਈਵਰ ਵਿਹਲੇ ਹੋ ਚੁੱਕੇ ਹਨ। ਮਿਸਾਲ ਵਜੋਂ ਵਾਸ਼ਿੰਗਟਨ ਸੂਬੇ ਦੇ ਇੱਕ ਸ਼ਹਿਰ ਦੇ ਨਾਲ ਸੰਬੰਧਿਤ ਐਲਡਰ ਲੌਜਿਸਟਿਕਸ ਵੱਲੋਂ 24 ਅਕਤੂਬਰ ਨੂੰ ਦਰਵਾਜ਼ੇ ਬੰਦ ਕਰ ਦਿੱਤੇ ਗਏ। ਸਾਲ 2010 ਵਿੱਚ 2 ਟਰੱਕਾਂ ਨਾਲ ਸ਼ੁਰੂ ਹੋਈ ਟਰਾਂਸਪੋਰਟ ਕੰਪਨੀ ਦਾ ਕਾਫਲਾ ਕਿਸੇ ਵੇਲੇ 145 ਤੱਕ ਪੁੱਜ ਗਿਆ ਅਤੇ ਇਸ ਵੇਲੇ 52 ਟਰੱਕ ਕੰਪਨੀ ਦੇ ਬੈਨਰ ਹੇਠ ਚੱਲ ਰਹੇ ਸਨ। ਕੰਪਨੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਟਰਾਂਸਪੋਰਟ ਸੈਕਟਰ ਵਿੱਚ ਪਹਿਲਾਂ ਹੀ ਹਾਲਾਤ ਸੁਖਾਵੇ ਨਹੀਂ ਸਨ, ਪਰ ਮੌਜੂਦਾ ਸਮੇਂ ਵਿੱਚ ਅੱਗੇ ਵਧਣਾ ਬੇहद ਮੁਸ਼ਕਿਲ ਹੋ ਗਿਆ ਹੈ। ਦੂਜੇ ਪਾਸੇ ਇਲੀਨੋਇਸ ਦੇ ਇੱਕ ਟਰੱਕਿੰਗ ਕੰਪਨੀ ਦੇ ਮਾਲਕ ਨੇ ਕਿਹਾ ਕਿ ਪ੍ਰਵਾਸੀ ਡਰਾਈਵਰਾਂ ਦਾ ਠੱਗ ਟਰਾਂਸਪੋਰਟ ਕੰਪਨੀਆਂ ਵੱਲੋਂ ਵੱਡੇ ਪੱਧਰ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਰੋਕਫੋਰਡ ਦੀ ਮੇਬੋਰਗ ਬ੍ਰਦਰਸ ਟਰੱਕਿੰਗ ਦੇ ਮਾਲਕ ਜ਼ੈਕ ਨੇ ਦੱਸਿਆ ਕਿ ਹਾਲ ਹੀ ਵਿੱਚ ਹਰਜਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨਾਲ ਵਾਪਰੇ ਹੌਲਨਾਕ ਹਾਦਸਿਆਂ ਲਈ ਅਸਲ ਵਿੱਚ ਠੱਗੀ ਠੋਰੀ ਕਰਨ ਵਾਲੇ ਟਰਾਂਸਪੋਰਟਰਸ ਜ਼ਿੰਮੇਵਾਰ ਹਨ, ਜੋ ਇਲੈਕਟ੍ਰੋਨਿਕਸ ਲੌਗ ਬੁੱਕ ਨਾਲ ਛੇੜਛਾੜ ਕਰਨ ਤੋਂ ਵੀ ਨਹੀਂ ਟਲਦੇ ਅਤੇ ਹੋਰਨਾਂ ਫੈਡਰਲ ਕਾਨੂੰਨਾਂ ਦੀਆਂ ਧੱਜੀਆਂ ਉਡਾਉਣੀਆਂ ਆਮ ਗੱਲ ਹੈ। ਸੋ ਉਹਨਾਂ ਨੇ ਤਫਸੀਲ ਵਿੱਚ ਜਾਂਦਿਆਂ ਦੱਸਿਆ ਕਿ ਅਜਿਹੀਆਂ ਟਰਾਂਸਪੋਰਟ ਕੰਪਨੀਆਂ ਵੱਲੋਂ ਅਕਸਰ ਹੀ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਡਰਾਈਵਰ ਭਰਤੀ ਕੀਤੇ ਜਾਂਦੇ ਹਨ, ਜਿਨ੍ਹਾਂ ਰਾਹੀਂ ਮਨਮਾਨੀਆਂ ਕੀਤੀਆਂ ਜਾ ਸਕਣ। ਇਨ੍ਹਾਂ ਕੰਪਨੀਆਂ ਦੇ ਮਾਲਕ ਭਾਰਤ, ਪਾਕਿਸਤਾਨ ਜਾਂ ਸਰਬੀਆ ਵਰਗੇ ਮੁਲਕਾਂ ਦੇ ਨਾਲ ਸੰਬੰਧਿਤ ਹੁੰਦੇ ਹਨ। ਉਹਨਾਂ ਨੇ ਵੀ ਦਾਅਵਾ ਕੀਤਾ ਹੈ ਕਿ ਈ ਲੋਗ ਪ੍ਰੋਵਾਈਡਰਸ ਦੀ ਗਿਣਤੀ 200 ਤੋਂ ਉੱਤੇ ਹੈ ਅਤੇ ਇਨ੍ਹਾਂ ਵਿੱਚੋਂ ਤਕਰੀਬਨ ਅੱਧੇ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਹਨ। ਉਹ ਡਰਾਈਵਰਾਂ ਦੇ ਕੰਮਕਾਜੀ ਘੰਟਿਆਂ ਦਾ ਰਿਕਾਰਡ ਖਤਮ ਕਰਦਿਆਂ ਨਵੇਂ ਸਿਰੇ ਤੋਂ 11 ਘੰਟੇ ਟਰੱਕ ਚਲਾਉਣ ਦਾ ਪ੍ਰਬੰਧ ਕਰ ਦਿੰਦੇ ਹਨ। ਇਨ੍ਹਾਂ ਠੱਗਾਂ ਕਰਕੇ ਹੀ ਚੰਗੀਆਂ ਟਰਾਂਸਪੋਰਟ ਕੰਪਨੀਆਂ ਘਾਟੇ ਵਿੱਚ ਜਾਣ ਮਗਰੋਂ ਬੰਦ ਕਰਨ ਦੀ ਨੌਬਤ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹਨਾਂ ਦਾ ਇਹ ਕਹਿਣਾ ਸੀ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਜ਼ਿਆਦਾਤਰ ਡਰਾਈਵਰ ਗਰੀਬ ਮੁਲਕਾਂ ਨਾਲ ਸੰਬੰਧਿਤ ਹੁੰਦੇ ਹਨ, ਜਿੱਥੇ ਸਾਲਾਨਾ ਕਮਾਈ $5000 ਹੁੰਦੀ ਹੈ ਅਤੇ ਠੱਗ ਟਰਾਂਸਪੋਰਟਰਸ ਉਹਨਾਂ ਨੂੰ $30,000 ਦਾ ਲਾਲਚ ਦੇ ਕੇ ਭਰਮਾਉਣ ਵਿੱਚ ਸਫਲ ਹੋ ਜਾਂਦੇ ਹਨ। ਅਮਰੀਕਾ ਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨਸ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਕੁਝ ਈ ਲੋਗ ਪ੍ਰੋਵਾਈਡਰਸ ਨੂੰ ਹਟਾ ਦਿੱਤਾ ਗਿਆ ਹੈ, ਪਰ ਹੁਣ ਵੀ 100 ਤੋਂ ਵੱਧ ਮੌਜੂਦ ਹਨ। ਅਮਰੀਕਾ ਵਿੱਚ ਨਵੰਬਰ ਮਹੀਨੇ ਦੀ 2 ਤਰੀਕ ਨੂੰ ਸਮੇਂ ਵਿੱਚ ਤਬਦੀਲੀ ਹੋਈ ਹੈ। ਇਸ ਦੌਰਾਨ ਘੜੀਆਂ ਦਾ ਸਮਾਂ 1 ਘੰਟਾ ਪਿੱਛੇ ਚਲਾ ਗਿਆ ਹੈ। ਇਹ ਸਮਾਂ 1 ਤੇ 2 ਨਵੰਬਰ ਦੀ ਵਿਚਕਾਰਲੀ ਰਾਤ ਨੂੰ ਸਵੇਰੇ 2 ਵਜੇ ਬਦਲਿਆ। ਅਮਰੀਕਾ, ਕੈਨੇਡਾ ਦੀਆਂ ਬਹੁਤੀਆਂ ਸਟੇਟਾਂ ਵਿੱਚ ਸਾਲ ਵਿੱਚ 2 ਵਾਰੀ ਘੜੀਆਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾਂਦੀ ਹੈ। ਪਹਿਲਾ ਮਾਰਚ ਦੇ ਦੂਸਰੇ ਐਤਵਾਰ ਨੂੰ ਘੜੀਆਂ ਦੀਆਂ ਸੂਈਆਂ 1 ਘੰਟੇ ਅੱਗੇ ਕਰਨੀਆਂ ਪੈਂਦੀਆਂ ਹਨ, ਜਦਕਿ ਨਵੰਬਰ ਦੇ ਪਹਿਲੇ ਐਤਵਾਰ ਨੂੰ ਦੂਜੀ ਵਾਰ ਸਮੇਂ ਵਿੱਚ ਤਬਦੀਲੀ ਹੁੰਦੀ ਹੈ। ਇਸ ਮੌਕੇ ਘੜੀਆਂ ਦੀਆਂ ਸੂਈਆਂ 1 ਘੰਟਾ ਪਿੱਛੇ ਕਰਨੀ ਪੈਂਦੀਆਂ ਹਨ। ਸੋ ਇਸ ਵਾਰ 2 ਨਵੰਬਰ ਦਿਨ ਐਤਵਾਰ ਨੂੰ ਸਮੇਂ ਵਿੱਚ ਤਬਦੀਲੀ ਹੋਈ। ਉਸ ਦਿਨ ਸਮੂਹ ਅਮਰੀਕਾ ਨਿਵਾਸੀਆਂ ਨੂੰ ਆਪਣੀਆਂ ਘੜੀਆਂ ਦੀਆਂ ਸੂਈਆਂ 1 ਘੰਟੇ ਪਿੱਛੇ ਕੀਤੀਆਂ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੀ ਘੜੀ ਵਿੱਚ ਤੜਕੇ ਸਵੇਰ ਦੇ 5 ਵਜੇ ਹੋਏ ਹਨ ਤਾਂ ਉਸ ਨੂੰ 1 ਘੰਟਾ ਦਾ ਸਮਾਂ ਪਿੱਛਾ ਕਰਕੇ 4 ਵਜੇ ਸੈੱਟ ਕਰਨਾ ਪਵੇਗਾ। ਅਮਰੀਕੀ ਸਰਕਾਰ ਦੇ ਸ਼ਟਡਾਊਨ ਕਾਰਨ ਪੂਰੇ ਦੇਸ਼ ਦੇ ਹਵਾਈ ਆਵਾਜਾਈ ਕੰਟਰੋਲ ਕੇਂਦਰ ਤਨਖਾਹਾਂ ਤੇ ਸਟਾਫ ਦੀ ਘਾਟ ਦੇ ਨਾਲ ਵੀ ਵਿੱਤੀ ਸੰਕਟ ਨਾਲ ਵੀ ਜੂਝ ਰਹੇ ਹਨ। ਇਸ ਕਾਰਨ ਹਵਾਈ ਅੱਡਿਆਂ ਤੇ ਉਡਾਨਾਂ 'ਚ ਦੇਰੀ ਹੋਈ। ਸਰਕਾਰੀ ਫੰਡਾਂ ਦੀ ਘਾਟ ਕਾਰਨ ਮੌਜੂਦਾ ਸ਼ਟਡਾਊਨ ਨੂੰ 1 ਮਹੀਨਾ ਹੋ ਗਿਆ ਹੈ। ਅਮਰੀਕੀ ਆਵਾਜਾਈ ਸਕੱਤਰ ਸ਼ੌਨ ਡਫੀ ਨੇ ਚੇਤਾਵਨੀ ਦਿੱਤੀ ਹੈ ਕਿ ਮੁਸਾਫਰਾਂ ਨੂੰ ਉਡਾਨਾਂ 'ਚ ਹੋਣ ਵਾਲੀ ਦੇਰੀ ਜਾਂ ਉਹਨਾਂ ਦੇ ਰੱਦ ਹੋਣ ਦੀ ਸਾਹਮਣਾ ਉਹਨਾਂ ਨੂੰ ਕਰਨਾ ਪਏਗਾ, ਯਾਨੀ ਕਿ ਯਾਤਰੀਆਂ ਨੂੰ ਹੋਰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਅਕਤੂਬਰ ਤੋਂ ਸ਼ੁਰੂ ਹੋਏ ਸ਼ਟਡਾਊਨ ਦੌਰਾਨ ਦੇਸ਼ ਦੇ ਕੰਟਰੋਲਰ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਹਨ। ਡਫੀ ਨੇ ਅਮਰੀਕਾ ਸਫ਼ਰ ਤੇ ਬੰਦ ਦੇ ਅਸਰ ਬਾਰੇ ਚਰਚਾ ਕਰਨ ਲਈ ਉਪ ਰਾਸ਼ਟਰਪਤੀ JD ਵੈਂਸ ਅਤੇ ਹਵਾਬਾਜ਼ੀ ਉਦਯੋਗ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਹੈ। ਸ਼ਟਡਾਊਨ ਉਦੋਂ ਹੁੰਦਾ ਹੈ ਜਦੋਂ ਸਰਕਾਰੀ ਫੰਡਿੰਗ ਖਤਮ ਹੋ ਜਾਂਦੀ ਹੈ, ਪੈਕੇਜ ਨੂੰ ਸੰਸਦ ਵੱਲੋਂ ਮਨਜ਼ੂਰੀ ਦੇਣੀ ਪੈਂਦੀ ਹੈ। ਜੇ ਅਜਿਹਾ ਨਹੀਂ ਕੀਤਾ ਜਾਂਦਾ ਹੈ ਤਾਂ ਸ਼ਟਡਾਊਨ ਲਾਇਆ ਜਾਂਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅਮਰੀਕੀ ਯੁੱਧ ਸਕੱਤਰ ਪੀਟ ਹੈਗਸੇਥ ਨੇ ਵੀ ਮਲੇਸ਼ੀਆ ਵਿੱਚ ਚੀਨੀ ਰੱਖਿਆ ਮੰਤਰੀ ਐਡਮਿਰਲ ਡੋਂਗ ਜਿਨ ਨਾਲ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਚਰਚਾ ਕੀਤੀ ਹੈ। ਹਾਲਾਂਕਿ ਪੀਟ ਹੈਗਸੇਥ ਦਾ ਕਹਿਣਾ ਹੈ ਕਿ ਅਮਰੀਕਾ ਤੇ ਚੀਨ ਦੇ ਸਬੰਧ ਕਦੇ ਨਹੀਂ ਸੁਧਰ ਸਕਦੇ।
ਚੀਨੀ ਰੱਖਿਆ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਪੀਟ ਹੈਗਸੇਥ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਉਹਨਾਂ ਨੇ ਰਾਸ਼ਟਰਪਤੀ ਟਰੰਪ ਨਾਲ ਵੀ ਗੱਲ ਕੀਤੀ ਹੈ ਅਤੇ ਚੀਨ ਨਾਲ ਸਾਡੇ ਸਬੰਧ ਕਦੇ ਨਹੀਂ ਸੁਧਰ ਸਕਦੇ। ਅਮਰੀਕਾ ਵਿੱਚ ਹਵਾਈ ਹਾਦਸਿਆਂ ਦੀ ਚੇਤਾਵਨੀ ਤੋਂ 2 ਦਿਨ ਬਾਅਦ ਨਿਊਯਾਰਕ ਦੇ ਲਗੁਆਰਡੀਆ 에ਅਰਪੋਰਟ ਤੇ 2 ਜਹਾਜ਼ਾਂ ਦੀ ਟੱਕਰ ਹੋ ਗਈ ਹੈ। ਦੋਵੇਂ ਜਹਾਜ਼ ਯੂਨਾਈਟਿਡ 에ਅਰਲਾਈਨਸ ਦੇ ਸਨ, ਜਿਨ੍ਹਾਂ ਵਿੱਚੋਂ ਇੱਕ ਸ਼ਿਕਾਗੋ ਜਾ ਰਿਹਾ ਸੀ ਜਦਕਿ ਦੂਜੇ ਨੇ ਹਿਊਸਟਨ ਰਵਾਨਾ ਹੋਣਾ ਸੀ। ਸ਼ੁੱਕਰਵਾਰ ਰਾਤ ਨੂੰ ਵਾਪਰੀ ਘਟਨਾ ਦੌਰਾਨ ਫਲਾਈਟ 580 ਨੇ ਫਲਾਈਟ 434 ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ, ਜਿਸ ਮਗਰੋਂ ਦੋਹਾਂ ਜਹਾਜ਼ਾਂ ਦੇ ਮੁਸਾਫਰਾਂ ਨੂੰ ਉਤਾਰਿਆ ਗਿਆ। ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਦੋਹਾਂ ਜਹਾਜ਼ਾਂ ਵਿੱਚ 328 ਮੁਸਾਫਰਾਂ ਸਣੇ 15 ਕਰੂ ਮੈਂਬਰ ਸਵਾਰ ਸਨ। ਨਿਊਯਾਰਕ ਸ਼ਹਿਰ ਵਿੱਚ ਚਲਦੀਆਂ ਤੇਜ਼ ਹਵਾਵਾਂ ਅਤੇ ਮੁਲਾਜ਼ਮਾਂ ਦੀ ਕਮੀ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸ਼ਟਡਾਊਨ ਕਰਕੇ ਪੂਰੇ ਅਮਰੀਕਾ ਦੇ ਹਵਾਈ ਅੱਡਿਆਂ ਤੇ ਹਾਲਾਤ ਬੱਤਰ ਹੋ ਚੁੱਕੇ ਹਨ ਅਤੇ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ। ਹਿਊਸਟਨ ਰਵਾਨਾ ਹੋ ਰਿਹਾ ਜਹਾਜ਼ ਪਹਿਲਾਂ 1.5 ਘੰਟਾ ਲੇਟ ਸੀ ਅਤੇ ਹਾਦਸੇ ਦੇ ਮੱਦੇਨਜ਼ਰ ਫਲਾਈਟ ਹੀ ਰੱਦ ਕਰਨੀ ਪਈ। ਫਲਾਈਟ ਵੇਅਰ ਦੇ ਅੰਕੜਿਆਂ ਮੁਤਾਬਕ ਵੀਰਵਾਰ ਨੂੰ ਅਮਰੀਕਾ ਵਿੱਚ 5764 ਫਲਾਈਟਸ ਦੇਰ ਨਾਲ ਰਵਾਨਾ ਹੋਈਆਂ ਜਾਂ ਪੁੱਜੀਆਂ। ਦੂਜੇ ਪਾਸੇ ਓਰਲੈਂਡੋ ਦੇ ਹਵਾਈ ਅੱਡੇ ਤੇ ਹਜ਼ਾਰਾਂ ਮੁਸਾਫਰ ਫਸ ਗਏ ਜਦੋਂ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕੋਈ 에ਅਰ ਟ੍ਰੈਫਿਕ ਕੰਟਰੋਲਰ ਹਾਜ਼ਰ ਨਾ ਹੋਣ ਦਾ ਐਲਾਨ ਕਰਦਿਆਂ ਆਵਾਜਾਈ ਠੱਪ ਕਰ ਦਿੱਤੀ। ਐਵੀਏਸ਼ਨ ਸੈਕਟਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸਰਕਾਰੀ ਕੰਮਕਾਜ ਠੱਪ ਹੋਣ ਕਰਕੇ ਤਨਖਾਹਾਂ ਜਾਰੀ ਕਰਨੀਆਂ ਸੰਭਵ ਨਹੀਂ ਹੈ ਅਤੇ ਬਿਮਾਰੀ ਦੀ ਛੁੱਟੀ ਤੇ ਜਾਣ ਵਾਲੇ 에ਅਰ ਟ੍ਰੈਫਿਕ ਕੰਟਰੋਲਰਸ ਦੀ ਗਿਣਤੀ ਵੱਧ ਗਈ ਹੈ। ਦੂਜੇ ਪਾਸੇ ਲਗਾਤਾਰ ਸ਼ਿਫਟਾਂ ਨੇ ਕੰਮ ਤੇ ਜਾ ਰਹੇ ਕੰਟਰੋਲਰਸ ਨੂੰ ਥਕਾ ਦਿੱਤਾ ਹੈ। ਕਈ ਮੁਲਾਜ਼ਮਾਂ ਨੇ ਕਮਾਈ ਕਰਨ ਵਾਸਤੇ ਦੂਜੀਆਂ ਨੌਕਰੀਆਂ ਲੱਭ ਲਈਆਂ ਅਤੇ 에ਅਰ ਟ੍ਰੈਫਿਕ ਕੰਟਰੋਲਰ ਟਾਵਰਾਂ ਤੇ ਤੈਨਾਤ ਮੁਲਾਜ਼ਮਾਂ ਦੀ ਗਿਣਤੀ ਤੈਅਸ਼ੁਦਾ ਅੰਕੜੇ ਦਾ ਸਿਰਫ 50% ਚੱਲ ਰਹੀ ਹੈ। 14,000 ਤੋਂ ਵੱਧ 에ਅਰ ਟ੍ਰੈਫਿਕ ਕੰਟਰੋਲਰਸ ਨੂੰ ਤਨਖਾਹ ਨਹੀਂ ਦਿੱਤੀ ਜਾ ਸਕਦੀ ਜਦੋਂ ਤੱਕ ਸ਼ਟਡਾਊਨ ਖਤਮ ਨਾ ਹੋ ਜਾਵੇ। ਅਮਰੀਕਾ ਦੇ ਵਿੱਚ ਸ਼ਨੀਵਾਰ ਸਵੇਰੇ ਹਾਰਵਰਡ ਮੈਡੀਕਲ ਸਕੂਲ ਵਿੱਚ ਧਮਾਕਾ ਹੋ ਗਿਆ। ਫਿਲਹਾਲ ਇਸ ਧਮਾਕੇ ਵਿੱਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਧਮਾਕਾ ਕੋਈ ਹਾਦਸਾ ਨਹੀਂ ਸਗੋਂ ਜਾਣਬੁੱਝ ਕੇ ਕੀਤਾ ਗਿਆ ਜਾਪਦਾ ਹੈ। ਉਹਨਾਂ ਨੇ ਕਿਹਾ ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਯੂਨੀਵਰਸਿਟੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਯੂਨੀਵਰਸਿਟੀ ਪੁਲਿਸ ਦੇ ਇੱਕ ਅਧਿਕਾਰੀ ਗੋਲਡਨ ਸਨ ਬਿਲਡਿੰਗ ਤੋਂ 2 ਅਣਪਛਾਤੇ ਵਿਅਕਤੀਆਂ ਨੂੰ ਭੱਜਦੇ ਦੇਖਿਆ। ਪੁਲਿਸ ਦੇ ਅਨੁਸਾਰ ਬੋਸਟਨ ਫਾਇਰ ਡਿਪਾਰਟਮੈਂਟ ਨੇ ਇਹ ਨਿਰਧਾਰਤ ਕੀਤਾ ਕਿ ਧਮਾਕਾ ਜਾਣਬੁੱਝ ਕੇ ਕੀਤਾ ਗਿਆ ਸੀ ਅਤੇ ਅਧਿਕਾਰੀਆਂ ਨੂੰ ਇਮਾਰਤ ਦੀ ਤਲਾਸ਼ੀ ਦੌਰਾਨ ਕੋਈ ਵਾਧੂ ਉਪਕਰਨ ਨਹੀਂ ਮਿਲਿਆ। ਪੁਲਿਸ ਨੇ ਘਟਨਾ ਦੇ ਸੰਬੰਧ ਵਿੱਚ 2 ਲੋਕਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੈਨੇਟ 'ਚ ਇੱਕ ਹੋਰ ਝਟਕਾ ਲੱਗਾ। ਦਰਅਸਲ ਸੰਸਦ ਦੇ ਉੱਪਰੀ ਹਾਊਸ ਦੇ ਮੈਂਬਰਾਂ ਨੇ ਟਰੰਪ ਪ੍ਰਸ਼ਾਸਨ ਦੇ ਉਸ ਫੈਸਲੇ ਖਿਲਾਫ 50-44 ਦੇ ਫਰਕ ਨਾਲ VOTING ਕੀਤੀ, ਜਿਸ ਦੇ ਤਹਿਤ ਉਹਨਾਂ ਨੇ ਕੈਨੇਡਾ ਤੇ ਭਾਰੀ ਟੈਰਿਫ ਇੰਪੋਰਟ ਡਿਊਟੀ ਲਾਏ ਸਨ। ਟਰੰਪ ਨੇ ਹਾਲ ਹੀ 'ਚ ਕੈਨੇਡਾ ਤੇ 10% ਵਾਧੂ ਟੈਰਿਫ ਇਸ ਲਈ ਵਧਾ ਦਿੱਤੇ ਸਨ ਕਿਉਂਕਿ ਉੱਥੋਂ ਦੇ ਇੱਕ ਟੈਲੀਵਿਜ਼ਨ ਇਸ਼ਤਿਹਾਰ 'ਚ ਉਹਨਾਂ ਦੀਆਂ ਵਪਾਰ ਨੀਤੀਆਂ ਦੀ ਆਲੋਚਨਾ ਕੀਤੀ ਗਈ ਸੀ। ਰਿਪਬਲਿਕਨ ਪਾਰਟੀ ਦੇ 4 ਸੈਨੇਟਰਸ ਸੁਸਾਨ ਕਾਲਿੰਸ, ਮਿਸ਼ੇਲ ਲੀਸਾ ਅਤੇ ਰੈਂਡ ਪੋਲ ਨੇ ਡੈਮੋਕ੍ਰੈਟਿਕ ਸੈਨੇਟਰ ਨਾਲ ਮਿਲ ਕੇ ਮਤੇ ਦਾ ਸਮਰਥਨ ਕੀਤਾ, ਜਿਸ ਨਾਲ ਟਰੰਪ ਦੇ ਟੈਰਿਫ ਲਾਉਣ ਦੇ ਅਧਿਕਾਰ ਨੂੰ ਖਤਮ ਕੀਤਾ ਜਾ ਸਕੇ। ਸੈਨੇਟ ਨੇ ਇਸ ਤੋਂ ਪਹਿਲਾਂ ਵੀ 2 ਅਪ੍ਰੈਲ ਨੂੰ ਇਹੀ ਮਤਾ ਪਾਸ ਕੀਤਾ ਸੀ, ਪਰ ਉਦੋਂ ਰਿਪਬਲਿਕਨ ਪਾਰਟੀ ਦੇ ਕੰਟਰੋਲ ਵਾਲੇ ਹਾਊਸ ਨੇ ਇਸ ਨੂੰ ਅੱਗੇ ਨਹੀਂ ਵਧਾਇਆ ਸੀ। ਇਸ ਮਤੇ ਨੂੰ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰ ਟਿਮ ਕੇਨ ਨੇ ਦੁਬਾਰਾ ਪੇਸ਼ ਕੀਤਾ। ਉਹਨਾਂ ਨੇ ਕਿਹਾ ਹੈ ਕਿ ਟਰੰਪ ਦਾ ਕੈਨੇਡਾ ਤੇ ਟੈਰਿਫ ਲਾਉਣਾ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀ ਕਾਨੂੰਨ ਤਹਿਤ ਸਹੀ ਨਹੀਂ ਹੈ। ਬ੍ਰਿਟੇਨ ਦੇ ਕੈਂਬਰਿਜਸ਼ਾਇਰ 'ਚ ਟ੍ਰੇਨ ਵਿੱਚ ਕਈ ਲੋਕਾਂ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ। ਪੁਲਿਸ ਨੇ ਸ਼ਾਮ ਨੂੰ ਟ੍ਰੇਨ ਰੋਕ ਕੇ ਇਸ ਘਟਨਾ ਦੇ ਸਬੰਧ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਬਰਤਾਨਵੀ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਮਗਰੋਂ 10 ਲੋਕਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ, ਜਿਨ੍ਹਾਂ ਵਿੱਚੋਂ 9 ਜਣਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਅੱਤਵਾਦ ਵਿਰੋਧੀ ਪੁਲਿਸ ਜਾਂਚ ਵਿੱਚ ਸਹਿਯੋਗ ਕਰ ਰਹੀ ਹੈ। ਕੈਂਬਰਿਜਸ਼ਾਇਰ ਪੁਲਿਸ ਨੇ ਕਿਹਾ ਹੈ ਕਿ ਉਸਦੇ ਅਧਿਕਾਰੀ ਹੈਟਿੰਗਟਨ ਟ੍ਰੇਨ ਨੂੰ ਰੋਕਣ ਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਣ ਮਗਰੋਂ ਬ੍ਰਿਟਿਸ਼ ਆਵਾਜਾਈ ਪੁਲਿਸ ਨਾਲ ਮਿਲ ਕੇ ਕੰਮ ਕਰ ਰਹੇ ਹਨ। ਕੈਂਬਰਿਜਸ਼ਾਇਰ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਾਨੂੰ ਸ਼ਾਮੀ 7:39 ਤੇ ਸੂਚਨਾ ਮਿਲੀ ਕਿ ਟ੍ਰੇਨ ਵਿੱਚ ਲੋਕਾਂ ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਪੁਲਿਸ ਨੇ ਕਿਹਾ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ ਅਤੇ ਟ੍ਰੇਨਾਂ ਨੂੰ ਹਟਿੰਗਟਨ ਵਿੱਚ ਰੋਕਿਆ ਗਿਆ, ਜਿੱਥੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਕਈ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਉਧਰ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਸ ਭਿਆਨਕ ਘਟਨਾ ਦੀ ਸੋਸ਼ਲ ਮੀਡੀਆ ਤੇ ਨਿੰਦਾ ਕਰਦਿਆਂ ਲੋਕਾਂ ਨੂੰ ਪੁਲਿਸ ਦੀ ਸਲਾਹ ਮੰਨਣ ਦੀ ਬੇਨਤੀ ਕੀਤੀ ਹੈ। ਬ੍ਰਿਟੇਨ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ ਹੈ ਕਿ ਹਟਿੰਗਟਨ ਵਿੱਚ ਚਾਕੂਬਾਜ਼ੀ ਦੀ ਘਟਨਾ ਬਾਰੇ ਉਹਨਾਂ ਨੂੰ ਬਹੁਤ ਦੁੱਖ ਹੋਇਆ ਹੈ। ਉਹਨਾਂ ਨੇ ਕਿਹਾ, 2 ਮਸ਼ਕੂਕਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਗਿਆ ਹੈ। ਮੈਨੂੰ ਜਾਂਚ ਬਾਰੇ ਨਿਯਮਿਤ ਜਾਣਕਾਰੀ ਦਿੱਤੀ ਜਾ ਰਹੀ ਹੈ। ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰਕ ਤਣਾਅ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਵੀਕਾਰ ਕੀਤਾ ਹੈ ਕਿ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਇੱਕ ਵਿਵਾਦਪੂਰਨ ਰਾਜਨੀਤਿਕ ਇਸ਼ਤਿਹਾਰ ਲਈ ਮਾਫੀ ਮੰਗੀ, ਜਿਸ ਨੇ ਉਹਨਾਂ ਨੂੰ ਨਾਰਾਜ਼ ਕੀਤਾ ਸੀ। ਇਸ਼ਤਿਹਾਰ ਵਿੱਚ ਟੈਰਿਫ ਵਿਰੁੱਧ ਸੰਦੇਸ਼ ਦੇਣ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਪੁਰਾਣੇ ਭਾਸ਼ਣ ਦੀ ਵਰਤੋਂ ਕੀਤੀ ਗਈ ਸੀ। ਦੱਖਣੀ ਕੋਰੀਆ ਦੇ ਗਿਓਂਗਜੂ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਾਰਨੀ ਨੇ ਕਿਹਾ, ਮੈਂ ਰਾਸ਼ਟਰਪਤੀ ਤੋਂ ਮਾਫੀ ਮੰਗੀ, ਉਹ ਨਾਰਾਜ਼ ਸਨ। ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਵਾਸ਼ਿੰਗਟਨ ਤਿਆਰ ਹੋਵੇਗਾ ਤਾਂ ਵਪਾਰਕ ਗੱਲਬਾਤ ਮੁੜ ਸ਼ੁਰੂ ਹੋਵੇਗੀ। ਇਹ ਇਸ਼ਤਿਹਾਰ ਓਨਟਾਰੀਓ ਦੀ ਕੈਨੇਡੀਅਨ ਸਰਕਾਰ ਦੁਆਰਾ ਚਲਾਇਆ ਗਿਆ ਸੀ। ਟਰੰਪ ਇਸ ਨੂੰ ਦੇਖ ਕੇ ਗੁੱਸੇ ਹੋ ਗਏ। ਉਹਨਾਂ ਨੇ ਕੈਨੇਡੀਅਨ ਸਮਾਨ ਤੇ ਵਾਧੂ 10% ਟੈਰਿਫ ਲਗਾਉਣ ਦਾ ਐਲਾਨ ਕੀਤਾ ਅਤੇ ਅਮਰੀਕਾ ਕੈਨੇਡਾ ਵਪਾਰਕ ਗੱਲਬਾਤ ਨੂੰ ਰੋਕ ਦਿੱਤਾ। ਇਸ਼ਤਿਹਾਰ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਵਿੱਚ ਉਹਨਾਂ ਨੇ ਟੈਰਿਫ ਨੂੰ ਹਰ ਅਮਰੀਕੀ ਲਈ ਨੁਕਸਾਨਦੇਹ ਦੱਸਿਆ ਸੀ। ਅਮਰੀਕਾ ਦਾ ਕੈਨੇਡਾ ਤੇ 35% ਟੈਰਿਫ ਹੈ, ਜੋ ਹੁਣ ਨਵੀਂ ਘੋਸ਼ਣਾ ਤੋਂ ਬਾਅਦ 45% ਹੋ ਗਿਆ ਹੈ। ਇਹ ਭਾਰਤ ਅਤੇ ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਵੱਧ ਟੈਰਿਫ ਹੈ। ਤਨਗੜੀ ਤੋਂ ਕਾਠਮੰਡੂ ਜਾ ਰਹੀ ਇੱਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਹਾਜ਼ ਪੈਰਹਾਵਾ ਤੇ ਗੌਤਮ ਬੁੱਧ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਿਆ। ਦੱਸਿਆ ਗਿਆ ਕਿ ਜਹਾਜ਼ ਵਿੱਚ ਕੁੱਲ 82 ਯਾਤਰੀ ਸਵਾਰ ਸਨ। ਤਕਨੀਕੀ ਸਮੱਸਿਆ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕੀਤੀ ਗਈ। ਅਧਿਕਾਰੀਆਂ ਦੇ ਅਨੁਸਾਰ ਜਹਾਜ਼ ਨੇ ਸਵੇਰੇ 10 ਵਜੇ ਤਨਗੜੀ ਤੋਂ ਉਡਾਨ ਭਰੀ ਅਤੇ ਕਾਠਮੰਡੂ ਜਾ ਰਿਹਾ ਸੀ। ਗੌਤਮ ਬੁੱਧ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੂਚਨਾ ਅਧਿਕਾਰੀ ਬਿਨੋਦ ਸਿੰਘ ਰਾਉਤ ਨੇ ਦੱਸਿਆ ਕਿ ਜਹਾਜ਼ ਨੇ ਸਵੇਰੇ 10 ਵਜੇ ਦੇ ਕਰੀਬ ਤਨਗੜੀ ਤੋਂ ਉਡਾਨ ਭਰੀ ਅਤੇ ਪਾਇਲਟ ਨੇ ਹਾਈਡ੍ਰੋਲਿਕ ਸਮੱਸਿਆ ਦੀ ਰਿਪੋਰਟ ਕੀਤੀ। ਇਸ ਤੋਂ ਬਾਅਦ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨ ਦਾ ਆਦੇਸ਼ ਦਿੱਤਾ ਗਿਆ। ਫਲਾਈਟ 222 ਯਾਨੀ ਕਿ 222 ਜੋ ਕਿ ਸ਼੍ਰੀ ਏਅਰਲਾਈਨਸ ਦੀ ਸੀ, ਲੈਂਡਿੰਗ ਤੋਂ 40 ਮਿੰਟ ਬਾਅਦ ਟੈਕਸੀ ਵੇ ਤੇ ਪਹੁੰਚੀ, ਪਰ ਉਦੋਂ ਤੱਕ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਸੀ। ਉਸਨੇ ਦੱਸਿਆ ਕਿ ਜਹਾਜ਼ ਲੈਂਡਿੰਗ ਤੋਂ ਬਾਅਦ ਵੀ ਰਨਵੇ ਤੇ ਰਿਹਾ, ਜਿਸ ਕਾਰਨ ਹਵਾਈ ਅੱਡੇ ਨੂੰ ਲਗਭਗ 40 ਮਿੰਟ ਲਈ ਬੰਦ ਕਰਨਾ ਪਿਆ। ਹਾਈਡ੍ਰੋਲਿਕ ਸਮੱਸਿਆ ਦੁਪਹਿਰ 12:30 ਯਾਨੀ ਕਿ 12:30 ਵਜੇ ਦੇ ਕਰੀਬ ਹੱਲ ਹੋ ਗਈ, ਜਿਸ ਤੋਂ ਬਾਅਦ ਜਹਾਜ਼ ਨੂੰ ਵਾਪਸ ਟੈਕਸੀ ਵੇ ਤੇ ਲਿਜਾਇਆ ਗਿਆ। ਅਧਿਕਾਰੀ ਦੇ ਅਨੁਸਾਰ ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਸਮੇਤ 82 ਲੋਕ ਸਵਾਰ ਸਨ। ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ। ਹਵਾਈ ਅੱਡੇ ਦੇ ਡਾਇਰੈਕਟਰ ਅਤੇ ਬੁਲਾਰੇ ਨੇ ਇਹ ਕਿਹਾ ਹੈ ਕਿ ਏਅਰਲਾਈਨ ਦੇ ਇੰਜੀਨੀਅਰ ਅਤੇ ਟੈਕਨੀਸ਼ੀਅਨਸ ਜਹਾਜ਼ ਦੇ ਦੁਬਾਰਾ ਉਡਾਨ ਭਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਜਾਂਚ ਕਰਨਗੇ। ਯਾਤਰੀਆਂ ਤੇ ਚਾਲਕ ਦਲ ਨੂੰ ਕਾਠਮੰਡੂ ਵਾਪਸ ਲਿਆਉਣ ਦੇ ਲਈ ਇੱਕ ਹੋਰ ਜਹਾਜ਼ ਪੈਰਹਾਵਾ ਲਈ ਉਡਾਨ ਭਰੀ। ਜਹਾਜ਼ ਨੂੰ ਰਨਵੇ ਤੋਂ ਹਟਾਏ ਜਾਣ ਅਤੇ ਜਹਾਜ਼ ਦੇ ਉਡਾਨ ਭਰਨ ਤੋਂ ਬਾਅਦ ਹਵਾਈ ਅੱਡੇ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ। ਭਾਰਤੀ ਸੰਗੀਤ ਆਈਕਨ ਦਿਲਜੀਤ ਦੋਸਾਂਝ ਦੇ ਆਸਟ੍ਰੇਲੀਆਈ ਦੌਰੇ ਦੌਰਾਨ ਨਸਲੀ ਦੁਰਵਿਵਹਾਰ ਦੀ ਇੱਕ ਲਹਿਰ ਦੇ ਸਖਤ ਜਵਾਬ ਵਿੱਚ ਬਹੁ ਸੱਭਿਆਚਾਰਕ ਮਾਮਲਿਆਂ ਦੇ ਸਹਾਇਕ ਮੰਤਰੀ ਜੂਲੀਅਨ ਹਿੱਲ ਨੇ ਜਨਤਕ ਤੌਰ ਤੇ ਪੁਸ਼ਟੀ ਕੀਤੀ ਹੈ ਕਿ ਆਸਟ੍ਰੇਲੀਆ ਵਿੱਚ ਸੈਲਾਨੀਆਂ ਅਤੇ ਵਿਦੇਸ਼ੀ ਕਲਾਕਾਰਾਂ ਵਿਰੁੱਧ ਨਸਲੀ ਵਿਤਕਰੇ ਲਈ ਕੋਈ ਥਾਂ ਨਹੀਂ ਹੈ। ਮੰਤਰੀ ਹਿੱਲ ਨੇ ਦ ਆਸਟ੍ਰੇਲੀਆ ਟੁਡੇ ਨੂੰ ਦੱਸਿਆ, ਸੋਸ਼ਲ ਮੀਡੀਆ ਪੋਸਟਾਂ ਅਤੇ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਜੋ ਦੋਸਾਂਝ ਦੀ ਨਸਲੀ ਅਤੇ ਵਿਸ਼ਵਾਸ ਨੂੰ ਨਿਸ਼ਾਨਾ ਬਣਾਉਂਦੀਆਂ ਹਨ, ਜਦੋਂ ਉਹ ਆਪਣੇ ਬਹੁਤ ਹੀ ਉਮੀਦ ਭਰੇ ਓਰਾ ਟੂਰ 2025 ਲਈ ਦੌਰਾ ਕਰ ਰਹੇ ਹਨ। ਮੰਤਰੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਨਸਲੀ ਵਿਤਕਰੇ ਦੀ ਕੋਈ ਥਾਂ ਨਹੀਂ ਹੈ ਅਤੇ ਸਾਡੇ ਦੇਸ਼ ਵਿੱਚ ਆਉਣ ਵਾਲੇ ਸੈਲਾਨੀਆਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਹਿੱਲ ਦੀਆਂ ਟਿੱਪਣੀਆਂ ਆਨਲਾਈਨ ਨਫ਼ਰਤ ਭਰੇ ਭਾਸ਼ਣ ਦੇ ਸੁਰੱਖਿਆ ਅਤੇ ਸਾਖ ਪ੍ਰਭਾਵ ਬਾਰੇ ਵੱਧਦੀ ਚਿੰਤਾ ਦੇ ਵਿਚਕਾਰ ਆਈਆਂ ਹਨ, ਖਾਸ ਕਰਕੇ ਬਹੁ ਸੱਭਿਆਚਾਰਕ ਸਮਾਜ ਵਿੱਚ ਜਿੱਥੇ ਵਿਦੇਸ਼ਾਂ ਤੋਂ ਆਉਣ ਵਾਲੇ ਕਲਾਕਾਰ ਸੱਭਿਆਚਾਰਕ ਕੂਟਨੀਤੀ ਅਤੇ ਵਪਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਆਸਟ੍ਰੇਲੀਆ ਦੇ ਕਈ ਖੇਤਰਾਂ ਵਿੱਚ ਬੇਮੌਸਮੀ ਮੀਂਹ ਤੇ ਗੜੇਮਾਰੀ ਨਾਲ ਜਨਜੀਵਨ ਪ੍ਰਭਾਵਿਤ ਹੋਇਆ। ਨਵੰਬਰ ਮਹੀਨੇ ਆਮ ਤੌਰ ਤੇ ਗਰਮੀ ਤੇ ਸੂਰਜ ਦੀ ਤਪਸ਼ ਰਹਿੰਦੀ ਹੈ, ਪਰ ਇਸ ਵਾਰ ਠੰਡਕ ਨੇ ਨਹੀਂ ਪਿਰਤ ਪਾਈ ਹੈ। ਸੋ ਸਿਡਨੀ ਸਮੇਤ ਹੋਰਨਾਂ ਖੇਤਰਾਂ ਦੇ ਵਿੱਚ ਮੌਸਮ ਦੇ ਇਸ ਵਿਗੜੇ ਮਿਜਾਜ਼ ਨੇ ਲੋਕਾਂ ਨੂੰ ਵੀ ਬਿਮਾਰ ਕੀਤਾ। ਸਿਡਨੀ 'ਚ ਦਿਨ ਵੇਲੇ ਦਾ ਤਾਪਮਾਨ 20 ਡਿਗਰੀ ਦਰਜ ਕੀਤਾ ਗਿਆ, ਜੋ ਕਿ 2 ਦਿਨ ਪਹਿਲਾਂ 10 ਡਿਗਰੀ ਤੋਂ ਵੀ ਹੇਠਾਂ ਸੀ। ਉਧਰ ਸ਼ਨੀਵਾਰ ਦੁਪਹਿਰ ਨੂੰ ਦੱਖਣ ਪੂਰਬੀ
ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਵਿੱਚ ਖਤਰਨਾਕ ਤੂਫਾਨ ਆਇਆ। ਖੇਤਰ ਦੇ ਐਸਕ ਸਟੇਟ ਸਕੂਲ ਦੀ 150ਵੀਂ ਵਰ੍ਹੇਗੰਢ ਸਮਾਰੋਹ ਵਿੱਚ ਸ਼ਾਮਲ ਕਈ ਲੋਕ ਗੜੇਮਾਰੀ ਕਾਰਨ ਜ਼ਖਮੀ ਹੋ ਗਏ। ਪੈਰਾਮੈਡਿਕਸ ਨੇ ਪੁਸ਼ਟੀ ਕੀਤੀ ਕਿ ਕੁਈਨਜ਼ਲੈਂਡ ਐਂਬੂਲੈਂਸ ਸੇਵਾ ਵੱਲੋਂ 9 ਲੋਕਾਂ ਦਾ ਇਲਾਜ ਕੀਤਾ ਗਿਆ। ਗੜੇਮਾਰੀ ਨਾਲ ਕਈ ਕਾਰਾਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ। ਕਰੀਬ 20 ਸਾਲਾਂ ਦੇ ਇੱਕ ਆਦਮੀ 20 ਤੋਂ 30 ਸਾਲਾਂ ਦੀਆਂ 2 ਔਰਤਾਂ ਨੂੰ ਵੀ ਮਾਮੂਲੀ ਸੱਟਾਂ ਕਾਰਨ ਹਸਪਤਾਲ ਲਿਜਾਇਆ ਗਿਆ। ਅਮਰੀਕੀ ਅਖਬਾਰ ਮਿਆਮੀ ਹੈਰਲਡ ਦੀ ਇੱਕ ਰਿਪੋਰਟ ਨੇ ਦੁਨੀਆ ਭਰ ਵਿੱਚ ਵੱਡੀ ਹਲਚਲ ਮਚਾ ਦਿੱਤੀ ਹੈ। ਰਿਪੋਰਟ ਮੁਤਾਬਕ ਅਮਰੀਕਾ ਨੇ ਵੈਨਜ਼ੂਏਲਾ ਦੇ ਫੌਜੀ ਟਿਕਾਣਿਆਂ ਤੇ ਹਮਲੇ ਕਰਨ ਦਾ ਫੈਸਲਾ ਕਰ ਲਿਆ ਹੈ। ਇਹ ਹਮਲੇ ਹਵਾਈ ਅਤੇ ਜਲ ਸੈਨਾ ਦੇ ਸਾਂਝੇ ਅਭਿਆਨ ਤਹਿਤ ਕੁਝ ਘੰਟਿਆਂ ਜਾਂ ਦਿਨਾਂ ਦੇ ਵਿੱਚ ਸ਼ੁਰੂ ਹੋ ਸਕਦੇ ਹਨ। ਇਨ੍ਹਾਂ ਹਮਲਿਆਂ ਦਾ ਮੁੱਖ ਉਦੇਸ਼ ਸਨ ਕਾਰਟੇਲ, ਜਿਸ ਨੂੰ ਸੋਲਸ ਕਾਰਟੇਲ ਵੀ ਕਹਿੰਦੇ ਹਨ, ਉਹਨਾਂ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣਾ ਹੈ। ਅਮਰੀਕਾ ਦਾ ਦਾਅਵਾ ਹੈ ਕਿ ਇਹ ਕਾਰਟੇਲ ਡਰੱਗ ਤਸਕਰੀ ਕਰਦਾ ਹੈ ਅਤੇ ਇਸ ਦੇ ਸਰਗਨਾ ਮਾਦੂਰੋ ਅਤੇ ਉਹਨਾਂ ਦੇ ਕਰੀਬੀ ਲੋਕ ਹਨ। ਇਹ ਕਾਰਟੇਲ ਹਰ ਸਾਲ ਲਗਭਗ 500 ਟਨ ਕੋਕੀਨ ਯੂਰਪ ਅਤੇ ਅਮਰੀਕਾ ਭੇਜਦਾ ਹੈ। ਹਮਲਿਆਂ ਦੇ ਨਿਸ਼ਾਨਿਆਂ ਵਿੱਚ ਵੈਨਜ਼ੂਏਲਾ ਦੇ ਫੌਜੀ ਅੱਡੇ ਅਤੇ ਸਮੁੰਦਰੀ ਬੰਦਰਗਾਹਾਂ ਸ਼ਾਮਲ ਹਨ, ਜਿੱਥੋਂ ਡਰੱਗਸ ਦੀ ਤਸਕਰੀ ਹੁੰਦੀ ਹੈ। ਇੱਕ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਮਾਦੂਰੋ ਦਾ ਸਮਾਂ ਖਤਮ ਹੋ ਰਿਹਾ ਹੈ ਅਤੇ ਉਹ ਭੱਜ ਵੀ ਨਹੀਂ ਪਾਉਣਗੇ, ਕਿਉਂਕਿ ਕਈ ਜਰਨਲਸ ਉਹਨਾਂ ਨੂੰ ਫੜਨ ਲਈ ਤਿਆਰ ਹਨ। ਅਮਰੀਕਾ ਨੇ ਪਹਿਲਾਂ ਮਾਦੂਰੋ ਤੇ $50 ਮਿਲੀਅਨ ਦਾ ਇਨਾਮ ਵੀ ਰੱਖਿਆ ਸੀ। ਰਿਪੋਰਟਾਂ ਅਨੁਸਾਰ ਅਮਰੀਕਾ ਨੇ ਕੈਰੇਬੀਅਨ ਸਾਗਰ ਵਿੱਚ ਆਪਣੀ ਫੌਜੀ ਤੈਨਾਤੀ ਕਾਫੀ ਵਧਾ ਦਿੱਤੀ ਹੈ। ਭਾਵੇਂ ਇਹ ਕਦਮ ਡਰੱਗ ਤਸਕਰੀ ਨੂੰ ਰੋਕਣ ਦੇ ਨਾਮ ਤੇ ਚੁੱਕਿਆ ਗਿਆ, ਪਰ ਮਾਹਰ ਇਸ ਨੂੰ ਹਮਲਿਆਂ ਦੀ ਤਿਆਰੀ ਵਜੋਂ ਦੇਖ ਰਹੇ ਸਨ। ਕੈਰੇਬੀਅਨ ਖੇਤਰ ਵਿੱਚ ਕੁੱਲ 10,000 ਤੋਂ ਵੱਧ ਅਮਰੀਕੀ ਸੈਨਿਕ ਤੈਨਾਤ ਹਨ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ ਇਨ੍ਹਾਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। 31 ਅਕਤੂਬਰ ਨੂੰ ਵਾਈਟ ਹਾਊਸ ਦੀ ਡਿਪਟੀ ਪ੍ਰੈਸ ਸੈਕਟਰੀ ਅਨਾ ਕੈਲੀ ਨੇ ਕਿਹਾ ਹੈ ਕਿ ਬੇਨਾਮ ਸੂਤਰਾਂ ਨੂੰ ਕੁਝ ਪਤਾ ਨਹੀਂ ਹੈ। ਰਾਸ਼ਟਰਪਤੀ ਟਰੰਪ ਨੇ ਖੁਦ 에ਅਰ ਫੋਰਸ ਵਨ ਤੇ ਕਿਹਾ ਕਿ ਹਮਲਿਆਂ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵੀ ਇਸ ਨੂੰ ਫੇਕ ਸਟੋਰੀ ਕਿਹਾ। ਕੁਝ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਹੈ ਕਿ ਟਰੰਪ ਨੇ ਫੈਸਲਾ ਉਲਟ ਦਿੱਤਾ ਹੈ, ਪਰ ਵੱਡੀ ਫੌਜੀ ਤੈਨਾਤੀ ਬਰਕਰਾਰ ਰਹਿਣ ਕਾਰਨ ਅਜੇ ਵੀ ਸ਼ੱਕ ਬਣਿਆ ਹੋਇਆ ਹੈ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇੱਕ ਛੋਟਾ ਜਿਹਾ ਹਮਲਾ ਵੀ ਵੱਡੀ ਜੰਗ ਦਾ ਰੂਪ ਲੈ ਸਕਦਾ ਹੈ। ਇਸ ਤਣਾਅ ਕਾਰਨ ਤੇਲ ਦੀਆਂ ਕੀਮਤਾਂ ਵੱਧ ਗਈਆਂ ਹਨ, ਕਿਉਂਕਿ ਵੈਨਜ਼ੂਏਲਾ ਕੋਲ ਦੁਨੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ ਹੈ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਮੇਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।